ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਦੇਸ਼ ਭਰ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਇਸ ਪ੍ਰੋਗਰਾਮ ਦੇ ਵਿੱਚ ਚਾਨਣਾ ਪਾਈਦਾ ਹੈ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਚਾਨਣਾ ਪਾਈਏ ਤਾਂ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ ਦਾ ਵੀ ਕਥਿਤ ਮਾਮਲਾ ਸਾਹਮਣੇ ਆ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਵਾਲੇ ਜਿਹੜੇ ਜਸਟਿਸ ਰਿਟਾਇਰਡ ਜਸਟਿਸ ਨੇ, ਉਹਨਾਂ ਨੇ ਕੱਲ ਜਦੋਂ ਇਸ ਗੱਲ ਦਾ ਪਟਾਕਾ ਪਾਇਆ, ਉਸ ਤੋਂ ਬਾਅਦ ਹਰ ਪਾਸੇ ਤੜਥੱਲੀ ਮਚੀ ਹੋਈ ਹੈ ਵੀ ਕਿੱਦਾਂ ਭਾਈ ਆਸਟ੍ਰੇਲੀਆ ਨੂੰ ਜਾਂਦੇ ਨੇ, ਕਿਵੇਂ ਇਹ ਕੇਸਾਂ ਨੂੰ ਰਫਾ ਦਫਾ ਕਰਨ ਲਈ ਪੈਸੇ ਲੈ ਜਾਂਦੇ ਨੇ। ਪਾਇਓ ਜਰਾ ਚਾਨਣਾ ਸਾਰੀ ਇਬਾਦਤ ਤੇ ਕੀ ਹੈ ਸਾਰੀ ਗੱਲਬਾਤ ਤੇ ਕਿਵੇਂ ਇਹ ਕਿੰਨੀ ਕਿ ਇਸ ਦੇ ਵਿੱਚ ਸੱਚਾਈ ਜਾਪਦੀ ਹੈ ਤੇ ਕੀ ਬਣੂ ਅੱਗੇ ਹੁਣ। ਗੁਰਪ੍ਰੀਤ, ਇਹ ਬੜਾ ਮਾਮਲਾ ਗੁੰਝਲਦਾਰ ਹੈ ਔਰ ਇਸ ਮਾਮਲੇ ਦੀ ਸਾਨੂੰ ਭਿਣਕ ਕਾਫੀ ਹਫ਼ਤੇ ਪਹਿਲਾਂ ਸੀ। ਦਰਅਸਲ ਕੀ ਹੈ ਕਿ ਜੀ ਜੋ ਕੁਝ ਅੱਜ ਕੁਝ ਪੱਤਰਕਾਰਾਂ ਨੇ, ਜਸਟਿਸ ਰਣਜੀਤ ਸਿੰਘ ਹੋਰਾਂ ਨੇ ਜੋ ਵੀ ਰਿਪੋਰਟ ਕੀਤਾ ਹੈ, ਉਹ ਇੱਕ ਪਾਸੇ ਆ। ਮੈਂ ਤੁਹਾਨੂੰ ਤਸਵੀਰ ਦਾ ਇੱਕ ਦੂਸਰਾ ਪਾਸਾ ਵੀ ਦੱਸਦਾ ਕਿ ਦਰਅਸਲ ਮੋਹਾਲੀ ਏਰੀਏ ਦੇ ਬਹੁਤ ਵੱਡੇ ਨੌਜਵਾਨ ਕਾਰੋਬਾਰੀ ਜਿਹੜੇ ਆ ਉਹ ਤਾਮਝਾਮ ਦੇ ਨਾਲ ਚੱਲਦੇ ਆ। ਉਹਨਾਂ ਦੇ ਜੀ ਵਿੱਚੋਂ ਇੱਕ ਦਾ ਮਤਲਬ ਬੜਾ, ਤੁਸੀਂ ਦੇਖੋਗੇ ਰੀਲਾਂ ਰੂਲਾਂ ਦਾ ਚੱਲਦਾ ਹੈ ਸਿਸਟਮ, ਗੁਰੀ, ਉਹ ਪਿਛਲੇ ਦਿਨ ਹੀ ਅੰਦਰ ਵੀ ਚਲਾ ਗਿਆ ਸੀਗਾ। ਜੀ ਉਸ ਦੌਰਾਨ ਸਾਨੂੰ ਭਿਣਕ ਲੱਗੀ ਸੀਗੀ ਅਸਲ ਦੇ ਵਿੱਚ ਕੋਈ ਵਿਅਕਤੀ ਜਿਹੜਾ ਕਹਿ ਲੋ ਕਿ ਮਾਨ ਸਾਹਿਬ ਦਾ ਨਜ਼ਦੀਕੀ ਹੋਣ ਦਾ ਦਾਅਵਾ ਕਰਦਾ ਹੈ, ਜੀ ਉਹ ਡਿਮਾਂਡ ਕਰਦਾ ਸੀ। ਇਹਦੇ ਤੇ 2 ਮੁਕੱਦਮੇ ਲੱਗੇ ਸਨ, 2 ਕੁੜੀਆਂ ਨੇ ਦੋਸ਼ ਲਾਏ ਸਨ, ਇੱਕ ਮੋਹਾਲੀ ਤੇ ਇੱਕ ਅੰਮ੍ਰਿਤਸਰ, ਕਿ ਮਾਮਲੇ ਸੈੱਟ ਕਰ ਦਿਆਂਗੇ। ਔਰ ਉਸ ਬੰਦੇ ਨੂੰ ਮਤਲਬ ਕਿ ਇਹ ਟਰੈਪ ਕਰ ਰਹੇ ਸਨ। ਤਾਂ ਕੁਝ ਚੀਜ਼ਾਂ ਰਿਕਾਰਡ ਤੇ ਸੀ। ਦੇਖੋ, ਇਹ ਤਸਵੀਰ ਜੋ ਮੇਰੇ ਸਾਹਮਣੇ ਆਈ ਸੀ ਕੁਝ ਦਿਨ ਪਹਿਲਾਂ, ਕੁਝ ਦਿਨ ਪਹਿਲਾਂ ਵੀ ਨਹੀਂ, ਕੁਝ ਹਫ਼ਤੇ ਪਹਿਲਾਂ, ਉਸ ਦਿਨ ਮੈਂ ਮਤਲਬ ਕਿ ਮੋਹਾਲੀ ਸੀ ਤੇ ਮੈਨੂੰ ਇਸ ਚੀਜ਼ ਦਾ ਥੋੜਾ ਪਤਾ ਲੱਗਿਆ। ਮੈਂ ਕੋਸ਼ਿਸ਼ ਕੀਤੀ ਕਿ ਕੁਝ ਚੀਜ਼ਾਂ ਐਕਸੈਸ ਕਰ ਲਈਆਂ ਜਾਣ, ਪਰ ਥੋੜਾ ਤੁਹਾਨੂੰ ਪਤਾ ਮੁਸ਼ਕਲ ਹੁੰਦਾ, ਪਰ ਇਹ ਚਰਚਾ ਸੀ ਉਸ ਦਿਨ। ਤਾਂ ਖੈਰ ਉਸ ਤੋਂ ਬਾਅਦ ਇਹ ਮਾਮਲਾ, ਚਲੋ ਉਹ ਅੰਦਰ ਚਲਾ ਗਿਆ, ਇਹ ਠੰਡਾ ਠੰਡੌਰ ਹੋ ਗਿਆ। ਇੱਕ ਵਾਰੀ ਬਹੁਤ ਚਰਚਾ ਚੱਲੀ ਸੀ। ਫਿਰ ਉਸ ਤੋਂ ਬਾਅਦ ਗੁਰਪ੍ਰੀਤ, ਗੁਰੀ ਜਿਹੜਾ ਹੈ ਉਹ ਬਾਹਰ ਆ ਜਾਂਦਾ ਹੈ। ਇਹ ਸਭ ਕੁਝ ਔਨ ਰਿਕਾਰਡ ਹੈ, ਇਹ ਔਨ ਰਿਕਾਰਡ ਹੈ। ਇਹਦੇ ਚ ਕੁਝ ਵੀ ਆਫ ਦਾ ਰਿਕਾਰਡ ਨਹੀਂ ਕਿ ਕੇਸ ਬਣੇ, ਅੰਮ੍ਰਿਤਸਰ ਗਿਆ, ਉਹ ਬੰਦਾ ਫੇਰ ਆ ਜਾਂਦਾ ਬਾਹਰ। ਉਸ ਤੋਂ ਬਾਅਦ ਹੁਣ ਇੱਕ ਪਟੀਸ਼ਨ ਮੂਵ ਹੋਈ ਆ ਪੀੜਤਾ ਦੇ ਪਿਤਾ ਵੱਲੋਂ, ਤੇ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦਰਅਸਲ ਜਿਹੜਾ ਵਿਅਕਤੀ ਕਲੇਮ ਕਰਦਾ ਹੈ ਕਿ ਮੈਂ ਮੁੱਖ ਮੰਤਰੀ ਸਾਹਿਬ ਦਾ ਰਿਸ਼ਤੇਦਾਰ ਹਾਂ, ਉਸਨੇ ਇੱਕ ਤਸਵੀਰ ਭੇਜੀ ਸੀਗੀ ਰੈਸਟੋਰੈਂਟ 'ਚ ਬੈਠੇ ਆ ਬੀਬੀ ਗੁਰਪ੍ਰੀਤ ਕੌਰ ਜੀ ਦੀ, ਕਿ ਇਹ ਮੇਰੇ ਨਾਲ ਨੇ ਇਸ ਵਕਤ ਜੀ, ਮੈਡਮ ਸੀਐਮ। ਤਾਂ ਮਤਲਬ ਕਿ ਇਹ ਹੁਣ ਦੇਖੋ, ਕੋਈ ਬੰਦਾ ਆਪਣੇ ਪੱਧਰ ਤੇ ਨਜ਼ਦੀਕ ਹੋ ਕੇ ਕੁਝ ਕਰ ਰਿਹਾ ਹੈ ਜਾਂ ਰਲ ਕੇ ਕਰ ਰਿਹਾ, ਤਾਂ ਦੇਖੋ ਜਾਂਚ ਪੜਤਾਲ ਦਾ ਵਿਸ਼ਾ ਗੁਰਪ੍ਰੀਤ। ਪਰ ਮਾਮਲਾ ਬਹੁਤ ਗੰਭੀਰ ਹੈ। ਹਾਈ ਕੋਰਟ ਸ਼ਾਇਦ ਡਾਇਰੈਕਸ਼ਨ ਦੇ ਰਿਹਾ ਹੈ, ਇਹਦੇ 'ਚ ਜਾਂਚ ਦੀ ਤਾਂ ਜ਼ਰੂਰਤ ਹੈ, ਜਾਂਚ ਦੀ ਜ਼ਰੂਰਤ ਹੈ ਗੁਰਪ੍ਰੀਤ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਜਾਂਚ ਦੀ ਜ਼ਰੂਰਤ ਹੈ। ਕਿ ਉਹਨਾਂ ਵਿਅਕਤੀਆਂ ਤੇ ਮੁਕੱਦਮੇ ਲੱਗਣੇ, ਅਮੀਰ ਬੰਦੇ ਆ ਉਹੀ ਸਾਜ਼ਿਸ਼ ਸੀ ਕਿ ਕੀ ਸੈਟਿੰਗ ਕੀਤੀ ਜਾਵੇ, ਜਾਂ
ਉਹਨਾਂ ਤੇ ਮੁਕੱਦਮੇ ਜਾਇਜ਼ ਸੀ, ਪਰ ਸੈਟਿੰਗ ਕਰਕੇ ਫਿਰ ਪੀੜਤਾ ਨੂੰ ਨਿਆਂ ਨਹੀਂ ਮਿਲ ਸਕਿਆ। ਕੁਝ ਤਾਂ ਕਾਲਾ ਮਾਲਾ ਹੈ ਨਾ। ਤੇ ਜੇ ਅੱਜ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਖੁਲਾਸਾ ਕੀਤਾ, ਬਿਲਕੁਲ ਇਹ ਇਦਾਂ ਦੀ ਚਰਚਾ ਜਿਹੜੀ ਹੈ ਉਹ ਲਗਭਗ 2 ਮਹੀਨੇ ਪਹਿਲਾਂ ਮੈਂ ਉੱਥੋਂ ਸੁਣ ਕੇ ਆਇਆ ਸੀਗਾ ਕਿ ਮੈਟਰ ਹੈ। ਹੁਣ ਦੇਖੋ ਉਹ ਮੈਟਰ ਦੇ ਵਿੱਚ ਕਿਵੇਂ ਸੈਟਲਮੈਂਟ ਹੋਈ ਆ, ਮੈਂ ਕੁਝ ਨਹੀਂ ਕਹਿ ਸਕਦਾ, ਨਾ ਮੈਂ ਕਿਸੇ ਦੇ ਦਾਅਵੇ ਨੂੰ ਇਨਕਾਰਾਂ, ਨਾ ਮੈਂ ਰੱਦ ਕਰਾਂ। ਪਰ ਇਹ ਹੁਣ ਜੇ ਹਾਈ ਕੋਰਟ ਦੇ ਰਿਕਾਰਡ ਤੇ ਆਇਆ ਤੇ ਮਾਮਲਾ ਤੇ ਰਫਾ ਦਫਾ ਨਹੀਂ ਨਾ ਹੋ ਸਕਦਾ, ਕਿਉਂਕਿ ਇੱਕ ਪੀੜਤਾ ਦੇ ਪਿਤਾ ਨੇ ਜਾ ਕੇ ਗੁਹਾਰ ਲਾਈ ਆ। ਤਾਂ ਦੇਖੋ ਜਾਂਚ ਦੀ ਤਾਂ ਜ਼ਰੂਰਤ ਹੈ, ਪਰ ਜਾਂਚ ਕਰੇ ਕੌਣ? ਤੁਸੀਂ ਵੇਖੋ ਕਿ ਈਡੀ ਦੇ ਪੱਤਰ ਉਹਦੇ ਤੇ ਕਿੰਨੇ ਚਰਚੇ ਹੋਏ, ਪਰ ਹੁਣ ਇਹ ਆ ਰਹੀ ਹੈ ਗੱਲ ਕਿ ਈਡੀ ਨੇ ਪੱਤਰ ਤਾਂ ਇਹਨਾਂ ਨੂੰ ਜੁਲਾਈ 'ਚ ਵੀ ਲਿਖਿਆ, ਇਹ ਰਿਮਾਈਂਡਰ ਭੇਜਿਆ ਗਿਆ ਬਾਅਦ ਦੇ ਵਿੱਚ। ਯਾਨੀ ਤੁਸੀਂ ਹਿਸਾਬ ਲਾ ਲਓ ਕਿ ਸਰਕਾਰ ਨੂੰ ਈਡੀ ਪੱਤਰ ਲਿਖ ਰਹੀ ਹੈ ਕਿ ਭਾਈ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਬਹਿੰਦੇ ਵਿਅਕਤੀ ਉਹ ਬਈ ਕਿਸੇ ਗੇਮ ਦਾ ਹਿੱਸਾ ਹੋ ਸਕਦੇ ਆ ਪੋਸਟਿੰਗ ਦੇ ਨਾਮ ਤੇ। ਅੱਜ ਤਾਂ ਤੁਸੀਂ ਦੇਖ ਲਓ ਨਾ, ਅੱਜ ਤਾਂ ਕੋਈ ਕਸਰ ਹੀ ਨਹੀਂ, ਟ੍ਰਿਬਿਊਨ ਵਾਲਿਆਂ ਨੂੰ ਵੀ ਖਬਰ ਲਾਉਣੀ ਪੈ ਗਈ ਜੀ। ਮੀਡੀਆ ਬਚ ਰਿਹਾ ਸੀਗਾ ਇਸ ਖਬਰ ਨੂੰ ਪਿਕ ਕਰਨ ਤੋਂ, ਪਰ ਅੱਜ ਉਹਨਾਂ ਨੂੰ ਵੀ ਖਬਰ ਲਾਉਣੀ ਪਈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਾਰਕਫੈਡ ਦਾ ਟੈਂਡਰ ਤੱਕ ਪ੍ਰਭਾਵਿਤ ਕਰ ਰਿਹਾ ਸੀ ਇਹ ਬੰਦਾ, ਜਤਨ ਗੋਇਲ, ਨਿਤਨ ਗੋਇਲ ਸ਼ਾਇਦ ਇਹਦਾ ਨਾਮ, ਨਿਤਨ ਗੋਇਲ, ਜਤਨ ਇਹਦਾ ਭਰਾ। तो ये सारिया चीज़ां ने गुरप्रीत कि ये तो मुख मंत्री नूं जवाब दे होना चाहिए, मुख मंत्री नूं जवाब दे होना चाहिए कि जिहड़े इस तरह के इल्जाम लग रहे ने की उन्हां दे विच सच्चाई है, कि तुसी दम रखदे हो कि जांच पड़ताल करके दुध दा दुध पानी दा पानी कर सको। तो खबर तरथली मचाउण वाली नहीं, मैं कहूँगा कि मुख मंत्री लई एक होर वक्त खड़ा कर सकती है, क्यों? क्योंकि मैटर जिहड़ा है वो हाई कोर्ट दे विच है, हाई कोर्ट दे मैटर नूं दबाया नहीं जा सकता गुरप्रीत। बिल्कुल बिल्कुल, ये दबाए जाण वाला मामला ही नहीं है। खैर इस तो अगे वधिए तां उधर गुजरात दी फर्म नूं 191 करोड़ देण दा विवाद भी चल रहा है। ये की है जी सारा विवाद? किसने किहड़ी फर्म नूं इन्ने पैसे दिते ने? देखो गल की आ कि एक इन्हां ने कर्जा लेना है, कर्जा लेना है गमाडा ने। तो कमाडा का कर्जा जो 15,000 करोड़ हो सकता है। अज अखबार च खबर है कि 15,000 करोड़ कर्जा लैन वास्ते ये की कर रहे हैं कि एक जिहड़ी कोई फर्म है उन्होंने विचोलगी फीस दी जाएगी 191 करोड़ रुपया। कमाल है जी। ते इस कर्जे दे नाल 5,000 एकड़ जमीन एक्वायर की जाएगी, जिसनों वित्त महकमे हवाले किया जाएगा। ते पंजाब दे मुख सकत्तर KAP सिन्हा जो गमाडा दे चेयरपर्सन भी हैं दी प्रधानगी हेठ अज इत्थे कार्यकारी मीटिंग हुई, जिस च उपरोक्त प्रस्ताव नूं हरी झंडी दित्ती गई। इस प्रवानगी नाल हुण कर्जा लैण लई राह खुल गया है। तो गल इह आ कि इह खबर दा कह लो मजमून है। हुण इहदे विच अपने आप च कई सवाल खड़े हुंदे ने। पहला सवाल है कि गुजरात इलैक्शन आ रहा है ते गुजरात दी फर्म नूं हायर किया जा रहा है कि तू सानू कर्जा लैके दे 191 करोड़ दा। जी ठीक है जी। यानी ये जिहड़ा मतलब कि मर्चेंट ब्रोकर है निवेशकां नाल तालमेल करेगा ते क्रेडिट रेटिंग प्राप्त करेगा, इस तरह लोड़ींदियां मंजूरियां प्राप्त करेगा ते बांडां नूं सूचीबद्ध करेगा। इकरारनामा होण मगरों 9 महीनों च फंडां दा प्रबंध करेगा ते निवेश योग रेटिंग प्राप्त करन पिछों मर्चेंट ब्रोकर नूं पहले 3 महीनों च 5,000 करोड़, अगले 3 महीनों च होर 5,000 करोड़ ते बाकी राशि निर्धारित समय अंदर जुटाउणी होवेगी। वेरविਆਂ ਦੇ अनुसार अखबार लिखदा है कि गमाडा कर्जा चुकन जा रहा है। इस तो पहला गमाडा ने वख-वख बैंकों तो 7623 करोड़ का कर्जा ऑलरेडी चुकिया होया है। यानी तुसी अंदाजा ला लो कि पहला ही एडा वड्डा कर्जा जिहड़ा वो चल रहा है इन्हां दा 7653 करोड़ का। तो गल यह आ कि गमाडा जिहड़ा
ਉਹ ਇਹਦੇ ਵਿੱਚੋਂ ਦੱਸਦੇ ਆ ਕਿ 6241 ਕਰੋੜ ਰੁਪਈਆ ਵਰਤ ਚੁੱਕਾ ਤੇ ਨਵਾਂ ਕਰਜ਼ਾ ਚੁੱਕਣ ਮਗਰ ਗਮਾਡਾ ਨੂੰ 1000 ਤੋਂ 1200 ਕਰੋੜ ਦਾ ਸਾਲਾਨਾ ਵਿਆਜ ਦਾ ਹੋਰ ਬੋਝ ਚੁੱਕਣਾ ਪਵੇਗਾ। ਮਤਲਬ ਸਮਝ ਗਏ ਤੁਸੀਂ 1200 ਕਰੋੜ ਦਾ ਮਤਲਬ ਕੀ ਹੋਇਆ ਕਿ ਫਰਜ਼ ਕਰੋ, ਕਿਉਂਕਿ ਇਹ ਜਿਹੜੇ ਕਰਜ਼ੇ ਹੁੰਦੇ ਆ ਨਾ, ਜਦੋਂ ਤੁਸੀਂ ਇਸ ਤਰ੍ਹਾਂ ਬ੍ਰੋਕਰ ਨੂੰ ਪਾਉਨੇ ਹੋ ਵਿੱਚ, ਤਾਂ ਜੀ ਉਹ ਇਨਵੈਸਟਰਸ ਇਕੱਠੇ ਕਰਦਾ, ਇਨਵੈਸਟਰ ਬੈਂਕ ਵੀ ਹੁੰਦੇ ਆ, ਤਾਂ ਉਹਦੇ ਚ ਕੀ ਹੁੰਦਾ ਕਿ ਉਹ ਲੌਂਗ ਟਰਮ ਤੁਹਾਨੂੰ ਲੋਨ ਦਿੰਦੇ ਆ। ਜਿਵੇਂ ਮੰਨ ਲਓ 20 ਸਾਲ, ਤੇ ਜੇ 20 ਸਾਲ ਤੁਸੀਂ 1200 ਕਰੋੜ ਦਾ ਸਾਲਾਨਾ ਵਿਆਜ ਭਰੋਗੇ ਤੇ ਉਹ ਤੁਸੀਂ ਵੇਖ ਲਓ ਕਿੰਨਾ ਹੋ ਜਾਏਗਾ, 24000 ਕਰੋੜ। ਯਾਨੀ ਮੂਲ 15 ਤੇ ਪਲੱਸ 24, 39000 ਕਰੋੜ, 15000 ਕਰੋੜ ਲੈ ਕੇ ਤੇ 39000 ਕਰੋੜ ਵਾਪਸ ਕਰਨਾ ਹੈ। ਬਈ ਇਹ ਵੇਖੋ ਜੀ ਕਮਾਲ ਦੀ ਸਰਕਾਰ ਚੱਲ ਰਹੀ ਹੈ ਨਾ। ਐਦੋਂ ਵੱਧ ਕਿਹੜੇ ਰੰਗ ਹੋ ਸਕਦੇ ਆ। ਤਾਂ ਅੱਜ ਇਹਦਾ ਦਿਨ ਪਰ ਚਰਚਾ ਚੱਲਦਾ ਰਿਹਾ ਗੁਰਪ੍ਰੀਤ, ਬਹੁਤ ਵੱਡਾ ਚਰਚਾ ਚੱਲਦਾ ਰਿਹਾ ਕਿ ਭਾਈ ਤੁਸੀਂ ਕਰ ਕੀ ਰਹੇ ਹੋ। ਗਮਾਡਾ ਵਰਗੀ ਐਡੀ ਖੁਸ਼ਹਾਲ ਸੰਸਥਾ ਅਦਾਰਾ, ਤੁਸੀਂ ਉਹਦੇ ਵੀ ਕੁੱਤੇ ਫੇਲ ਕਰਤੇ ਯਾਰ। ਵੇਖ ਲਓ ਪੰਜਾਬੀਓ, ਸੁਣ ਲਓ ਕਿ ਕਿਸ ਤਰ੍ਹਾਂ ਇਹ ਜਿਹੜੇ ਕੁਝ ਬੰਦੇ ਆ ਆਪਦੇ ਰਾਜ ਭਾਗ ਲਈ ਪੰਜਾਬ 'ਚ ਮੀਸਨੇ ਬਣ ਗਏ ਨੇ। ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕੀ ਚੱਲ ਰਿਹਾ। KPC ਨਾ ਜਿਹੜੇ ਚੀਫ ਸੈਕਟਰੀ, ਉਹਨਾਂ ਨੂੰ ਨਾਲ ਚੇਅਰਪਰਸਨ ਲਾ ਦਿੱਤਾ, ਸਾਰਾ ਕੁਝ ਠੀਕ ਠਾਕ ਆ। ਸੋ ਗੱਲ ਇਹ ਆ ਕਿ ਮਜੀਠੀਆ ਤਾਂ ਇਹਨਾਂ ਨੂੰ ਟੋਪੀ ਕਹਿੰਦੇ ਨੇ। ਸੋ ਗੱਲ ਇਹ ਆ ਕਿ ਭਾਈ ਜਾਂਚ ਪੜਤਾਲ ਸਾਰਾ ਕੁਝ ਜਿਹੜਾ ਹੈ ਉਹ ਹੁਣ ਅਸੀਂ ਤਾਂ ਕਹਿੰਦੇ ਕਿ ਸਰਕਾਰ ਕਰੇ, ਬਈ ਵੇਖੇ ਕੀ ਆ। ਪਰ ਤੁਸੀਂ ਸ਼ਾਇਦ ਅੱਜ ਦੇਖਿਆ ਹੋਣਾ, ਹੁਣ ਸਰਕਾਰ ਤੋਂ ਆਪਾਂ ਬਹੁਤੀ ਉਮੀਦ ਵੀ ਕੀ ਕਰਨੀ ਆ ਕਿ ਇਹ ਦੇਖੇ ਕਿ ਕੀ ਚੱਲ ਰਿਹਾ ਜੀ, ਗਮਾਡਾ ਕਿਉਂ ਇਹ ਕਰਜ਼ਾ ਲੈ ਰਿਹਾ ਤਾਂ ਵਗੈਰਾ ਵਗੈਰਾ। ਪਰ ਗੱਲ ਇਹ ਆ ਕਿ ਇਹ ਸਾਡੀਆਂ ਗੱਲਾਂ ਜਿਹੜੀਆਂ ਉਹ ਰਸਮੀ ਨੇ। ਅੱਜ ਤੁਸੀਂ ਦੈਨਿਕ ਭਾਸਕਰ ਅਖਬਾਰ ਜੇ ਪੜ੍ਹਿਆ ਹੋਵੇ, ਦੈਨਿਕ ਭਾਸਕਰ ਅਖਬਾਰ ਦੇ ਵਿੱਚ ਅੱਜ ਇੱਕ ਸਟੋਰੀ ਲੱਗੀ ਸੀਗੀ, ਉਸਨੇ ਮੈਨੂੰ ਗੁਰਪ੍ਰੀਤ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਉਹ ਸ਼ਾਇਦ ਤੁਸੀਂ ਪੜ੍ਹੀ ਹੋਵੇ, ਪਰ ਮੇਰੇ ਲਈ ਉਹ ਬਹੁਤ ਵੱਡੀ ਸਟੋਰੀ ਸੀਗੀ। ਤੇ ਪਰ ਕਿਉਂਕਿ ਉਹ ਥੋੜਾ ਜਿਹਾ ਟੈਕਨੀਕਲੀ ਮਾਮਲਾ ਸਮਝਣ ਵਾਲਾ ਸੀਗਾ, ਟੈਕਨੀਕਲੀ ਮਾਮਲਾ ਇਹ ਸਮਝਣ ਵਾਲਾ ਸੀਗਾ ਕਿ PSPCL ਨੇ ARR ਦੇ ਅੰਕੜੇ ਬਦਲ ਦਿੱਤੇ ਤਾਂ ਕਿ ਘਾਟਾ ਜਿਹੜਾ ਉਹ ਘੱਟ ਦਿਸੇ। ਤੇ ਹੁਣ ਉਹਨੇ ਇੰਨਾ ਘਾਟਾ ਜਿਹੜਾ ਘੱਟ ਦਿਖਾ ਦਿੱਤਾ। ਬਈ ਜਿਹੜਾ ਹੁੰਦਾ ਹੈ ਨਾ ARR, ਉਹਨੂੰ ਬੋਲਦੇ ਆ ਐਗਰੀਗੇਟ ਰੈਵਨਿਊ ਰਿਕੁਆਇਰਮੈਂਟ, ਯਾਨੀ ਕੁੱਲ ਜੋ ਤੁਹਾਡੀਆਂ ਲੋੜਾਂ ਨੇ ਉਹਨੂੰ ਘੱਟ ਕਰਕੇ ਦਿਖਾ ਦੇਣਾ। ਮਤਲਬ ਕਿ ਤੁਹਾਨੂੰ ਯਾਦ ਹੋਣਾ ਹੈ, ਮਾਨ ਸਾਹਿਬ ਨੇ ਇੱਕ ਡਰਾਮਾ ਜਿਹਾ ਕੀਤਾ ਸੀਗਾ ਕਿ PSPSL ਤਾਂ ਮੁਨਾਫੇ 'ਚ ਆ ਗਿਆ ਜੀ, ਫਲਾਂ ਟਮਕਾ, ਕਿ ਤੁਹਾਨੂੰ ਸਰਕਾਰ ਨੂੰ ਕੋਈ ਬੋਝ ਨਾ ਚੱਕਣਾ ਪਵੇ। ਇਹਨਾਂ ਨੇ ਰਿਵਾਈਜ਼ ਕਰ ਕਰਕੇ ਪਹਿਲਾਂ ਇਹਨਾਂ ਨੇ ARR 52,365 ਕਰੋੜ ਦਾ ਦੱਸਿਆ, ਫਿਰ 26 ਦੇ ਵਿੱਚ ਇਹਨਾਂ ਨੇ ਫਰਵਰੀ 'ਚ ਐਡੀਸ਼ਨਲ ਸਬਮਿਸ਼ਨ ਦੇ ਵਿੱਚ ਘਟਾ ਕੇ 51,000 ਕਰੋੜ ਕਰ ਦਿੱਤਾ। ਫਿਰ ਇਹਨਾਂ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਕੋਲ ਜਾ ਕੇ 48,996 ਕਰੋੜ ਦਾ ਸਿਰਫ ਮਨਜ਼ੂਰ ਕਰਾਇਆ। ਤਾਂ ਇਹਦਾ ਮਤਲਬ ਇਹ ਆ ਕਿ ਇਹਨਾਂ ਨੇ, ਤੁਸੀਂ ਹਿਸਾਬ ਲਾ ਲਓ ਕਿੰਨੇ ਹਜ਼ਾਰ ਕਰੋੜ ਵਿੱਚੋਂ ਘਟਾ ਦਿੱਤਾ। ਤੇ ਇਹਨਾਂ ਅੰਕੜਿਆਂ ਦਾ ਅਸਰ ਕੀ ਹੋਇਆ ਕਿ PSPCL ਦੇ ਸਾਹਮਣੇ ਕਰੀਬ 10,000 ਕਰੋੜ ਰੁਪਏ ਦਾ ਵਰਕਿੰਗ ਕੈਪੀਟਲ ਲੋਨ ਲੈਣ ਦੀ ਨੌਬਤ ਆ ਗਈ। ਇਹ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣਾ ਦਿਖਾ ਦਿੱਤਾ ਰਿਵਾਈਜ਼ ਕਰਕੇ ਕਿ ਨਹੀਂ ਜੀ। ਹੁਣ ਜਦੋਂ ਤੁਸੀਂ ਅੰਕੜਾ ਰਿਵਾਈਜ਼ ਕਰਕੇ ਘਟਾ ਰਹੇ ਹੋ, ਬੜਾ ਸਿੰਪਲ ਹੈ ਨਾ। ਜੇ ਤੁਸੀਂ ਕਹੋ ਕਿ ਟਰਾਂਸਮਿਸ਼ਨ ਲੂਜ਼ ਜਿਹੜਾ ਹੈ ਜੀ ਉਹ ਘਟ ਗਿਆ, ਟਰਾਂਸਮਿਸ਼ਨ ਲਾਸ ਜਿਹੜਾ ਸਾਡਾ ਘਟ ਗਿਆ, ਘਟੇਗਾ ਕਿੱਦਾਂ? ਕਿਉਂਕਿ ਤੁਸੀਂ ਇਨਫਰਾਸਟ੍ਰਕਚਰ ਤੇ ਤਾਂ ਜ਼ੀਰੋ ਖਰਚ ਕੀਤਾ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਇਹਨਾਂ ਨੇ ਤੇ ਬਿਜਲੀ ਦੀ ਜ਼ਰੂਰਤ ਦਾ ਜਿਹੜਾ ਅਨੁਮਾਨ ਹੈ ਉਹ ਵੀ ਬਦਲਿਆ, ਦੱਸਦੇ ਆ। ਘਾਟੇ ਦਾ ਜਿਹੜਾ ਹੈਗਾ ਸੀਗਾ ਟਾਰਗੇਟ, ਉਸ ਨੂੰ ਵੀ ਬਦਲਿਆ। ਤਾਂ ਇਹ ਅੰਕੜਿਆਂ ਦੀ ਜਿਹੜੀ ਹੇਰ-ਫੇਰ ਆ, ਅੰਕੜਿਆਂ ਦੀ ਜਿਹੜੀ ਇਹ ਖੇਡ ਆ, ਇਸਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਕਿ ਵੇਖੋ ਸਰਕਾਰ 'ਚ ਕੀ ਕੁਝ ਚੱਲ ਰਿਹਾ, ਕੀ ਕੁਝ ਚੱਲ ਰਿਹਾ ਜੀ। ਇਸ ਤੋਂ ਅੱਗੇ ਵਧੀਏ ਤਾਂ ਉਧਰ ਭੈਣ ਤੇ ਭਰਾ ਦੇ ਵਿਚਾਲੇ ਚੁਣਾਵੀ ਜੰਗ ਵੀ ਸ਼ੁਰੂ ਹੋ ਗਈ ਹੈ। ਦੇਖੋ, ਬਸੀ ਪਠਾਣਾ ਸਰਬਜੀਤ ਸਿੰਘ ਖਾਲਸਾ ਦੀ ਭੈਣ ਬੀਬੀ ਅਮਰਤ ਕੌਰ ਉਤੇ ਆ ਗਏ ਨੇ ਮੈਦਾਨ ਦੇ ਵਿੱਚ। ਯਾਨੀ ਇਹ ਪਹਿਲੀ ਸੀਟ ਆ ਜਿਹਦੇ ਤੇ ਕਲੀਅਰ ਹੋ ਗਿਆ ਕਿ ਭੈਣ ਭਰਾ ਦਾ ਆਪਸੀ ਸਿਆਸੀ ਜਿਹੜਾ ਭੇੜ ਹੋਏਗਾ।
क्योंकि सरबजीत सिंह खालसा होरां ने पहला ही अपना उम्मीदवार सतवंत सिंह पुत्र केर सिंह ऐलान दिता है। ते सरबजीत सिंह खालसा होरां ने कहा कि इन्होंने ते तैयारी की है पिछले 2 साल तो, ते जे मैं आपदी भैन वास्ते टिकट मंगांगा ते फिर परिवारवाद के दोष लगणगे। हालांकि सोर्स ये दसदे आ कि बीबी जी नूं पहला वारस पंजाब दे वालियां ने टिकट कितों होर ऑफर कीती सी, पर उन्होंने वो टिकट नहीं स्वीकार की, प्रवान की, तो उन्होंने बसी पठाणा तो ही लड़ना जिहड़ा मुनासब समझिया। हुण देखो इहदे च की आ कि तुहानूं याद होना है, वैसे बहुत घट लोगों को पता होएगा बसी पठाणा दे विधायक का नाम की है, बहुत घट लोगों को पता होएगा। तो इत्थों के विधायक ने सिटिंग जिहड़े रुपिंदर सिंह ने हराया सीगा गुरप्रीत सिंह जीपी नूं, पर मुड़ के गुरप्रीत सिंह जीपी जिहड़े आ वो आप आम आदमी पार्टी दे विच शामिल हो गए सन। तां मामला जिहड़ा है वो रोचक हो सकता है। ते इधर अकाली दल वारस पंजाब दे लई ये खतरे की घंटी है। क्यों? क्योंकि बीबा जी ने तो कह दिता है कि मैं तो आजाद लड़ांगी। जे आजाद इलैक्शन लड़नगे तो लगभग उही विचारधारा उही सारा कुछ, इहदा मतलब कि वोटां दे विच डिवीजन हो सकती है। तो देखना होगा कि की बीबी जी नूं मना पाउंदे ने ये जिहड़े मतलब कि सरबजीत सिंह खालसा जां उन्हां दी पार्टी की उन्हां नूं राजी कर लैंदे ने, क्योंकि हाले वक्त बड़ा पिया। पर जे वो राजी नहीं हुंदे तो डेफिनेटली मेरे ख्याल दे नाल इलैक्शन ते असर तो पवेगा। दूजे पासे जे आपां वेखीए तां तरसेम सिंह होरां ने आप ही स्पष्ट किया, वो कहते कि जिहड़े पेंडू हलके उत्थे ते एक सीट ते साडे कोल 4-4 दावेदारियां ने, 4-4। जी हालांकि अंदरों जे तुसी वेखोगे खबरां आ रही ने कि टिकटां दी मारामार है, टिकटां दी मारामार उत्थे ही हुंदी है ना जिथे पार्टी दे विच कुछ लोकां नूं लगदा है कि पार्टी दा कुछ रसूख ते कुछ साडा रसूख सानू जित तक लिजा सकदा है। सो इस करके अकाली दल वारस पंजाब दे विच एक दौड़ ते है अंदरूनी तौर ते कि दवा दब मैं ज्वाइन कर लवां जां मैं मोरली कतार दे विच आ जावां ते टिकट हासिल कर लवां। रौला टिकट दा ही आ। बिल्कुल। ਅੱਗੇ ਵਧੀਏ ਤਾਂ ਉਧਰ ਜਥੇਦਾਰ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ 3-3 ਜਵਾਕ ਜੰਮੋ ਤੇ ਭਾਨੀਆਂ ਮਾਰਨ ਨਾਲੋਂ ਰਿਸ਼ਤੇ ਕਰਾਉਣੇ ਵੱਲ ਆਪਣਾ ਧਿਆਨ ਕਰੋ। ਇਸ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ। देखो गल यह है कि सब तो तगड़ा तो वो जड़ा हरजीत सिंह रसूलपुरी आ ਉਹਨੇ ਹੀ ਦਿੱਤਾ। ਉਹ ਕਹਿੰਦਾ ਕਿ ਮਾਵਾਂ ਧੀਆਂ ਸਾਡੀਆਂ ਜਿਹੜੀਆਂ ਨੇ ਉਹ ਬੱਚੇ ਜੰਮਣ ਵਾਲੀਆਂ ਮਸ਼ੀਨਾਂ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਰਲਿਆ ਮਿਲਿਆ ਪ੍ਰਤੀਕਰਮ ਹੁੰਦਾ ਹੈ ਸੋਸ਼ਲ ਮੀਡੀਆ ਤੇ। ਸੋਸ਼ਲ ਮੀਡੀਆ ਤੇ ਇਹਨਾਂ ਗੱਲਾਂ ਦਾ ਮਜ਼ਾਕ ਵੀ ਬੜਾ ਉੱਡਦਾ। ਵੈਸੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਹੈ ਕਿ ਆਰਐਸਐਸ ਵਾਲੇ ਵੀ ਇਹੋ ਗੱਲਾਂ ਕਰਦੇ ਨੇ। ਉਹ ਵੀ ਕਹਿੰਦੇ ਆ ਕਿ ਹਿੰਦੂ ਖਤਰੇ में ਹੈ, ਬੱਚੇ ਵੱਧ ਤੋਂ ਵੱਧ ਜੰਮੋ ਬਾਈ। ਜੀ ਹੁਣ ਗੱਲ ਇਹ ਆ ਕਿ ਗੁਰਪ੍ਰੀਤ ਦੋ ਪਹਿਲੂ ਆ ਇਸ ਕਹਾਣੀ ਦੇ। ਮੈਂ ਇਹਨੂੰ ਦੋ ਵੱਖ ਨੁਕਤੇ ਨਿਗਾਹਾਂ ਤੋਂ ਦੇਖਦਾ। ਮੇਰਾ ਜਾਵੀਆ ਜਿਹੜਾ ਕੁਛ ਟੇਢਾ ਹੁੰਦਾ ਕਈ ਵਾਰ ਕਿ ਇੱਕ ਤਾਂ ਇਹ ਆ ਕਿ ਜੋ ਗਿਆਨੀ ਕੁਲਦੀਪ ਸਿੰਘ ਗੜਗੱਜ ਕਹਿ ਰਿਹਾ ਉਹ ਬਤੌਰ ਇੱਕ ਸਿੱਖ ਲੀਡਰ ਕਹਿ ਰਿਹਾ। ਜਦੋਂ ਆਪਾਂ ਕਿਸੇ ਨੂੰ ਸਿੱਖ ਲੀਡਰ ਕਹਿੰਦੇ ਆ ਨਾ ਤਾਂ ਉਹ ਇੱਕ ਕੌਮ ਦਾ ਇੱਕ ਧਰਮ ਦਾ ਲੀਡਰ ਹੁੰਦਾ ਹੈ। ਉਹ ਇੱਕ ਧਰਮ ਦੀ ਕੌਮ ਦੀ ਹੀ ਅਗਵਾਈ ਕਰਦਾ ਹੈ। ਠੀਕ ਹੈ, ਉਹ ਸਤਿਕਾਰ ਕਰਦਾ ਹੈ, ਉਹ ਦੂਜੇ ਧਰਮਾਂ ਨੂੰ ਵੀ ਪਿਆਰ ਕਰਦਾ ਹੋ ਸਕਦਾ, ਸਾਰੀਆਂ ਚੀਜ਼ਾਂ, ਪਰ ਉਹਨੇ ਸੋਚਣਾ ਆਪਦੀ ਕੌਮ ਦਾ। ਉਹਦਾ ਫਰਜ਼ ਹੀ ਇਹ ਹੁੰਦਾ ਹੈ। ਜੇ ਇਸ ਨੂੰ ਤੁਸੀਂ ਉਲਟਾ ਕੇ ਦੇਖ ਲਓਗੇ ਕਿ ਇੱਕ ਬੜੇ मतलब कि ਜਿੱਦਾਂ ਕਹਿ ਲਓ ਇੱਕ ਆਮ ਸ਼ਬਦ ਇਸਤੇਮਾਲ ਕੀਤਾ ਜਾਂਦਾ ਸੈਕੂਲਰਿਜ਼ਮ, ਉਸ ਜਾਵੀਏ ਤੋਂ ਵੇਖੋਗੇ ਤਦ ਤੁਹਾਨੂੰ ਸ਼ਾਇਦ ਆਲੋਚਨਾ ਦਾ ਹੱਕ ਪ੍ਰਾਪਤ ਹੋ ਜਾਵੇ। ਪਰ ਇੱਕ ਸਿੱਖ ਕੌਮ ਦੇ ਨੇਤਾ ਦੇ ਤੌਰ ਤੇ ਦੇਖੋਗੇ ਤਾਂ ਉਹਨਾਂ ਦਾ ਇਹ ਕਨਸਰਨ ਜਿਹੜਾ ਜਾਇਜ਼ ਹੋ ਸਕਦਾ। ਕਿਉਂ? ਜੀ ਕਿਉਂਕਿ ਬਹੁਤ ਸਾਰੀਆਂ ਰਿਪੋਰਟਾਂ ਇਹ ਕਹਿ ਰਹੀਆਂ ਨੇ ਕਿ ਸਿੱਖ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪੰਜਾਬ 'ਚ ਘੱਟ ਹੋ ਜਾਣਗੇ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਪਾਂ ਜੇ ਟੋਟਲ ਫਰਟੀਲਿਟੀ ਰੇਟ ਦੇਖੀਏ ਤਾਂ ਪੰਜਾਬ ਦਾ 1.8 ਆ, ਜਿਹੜਾ ਕਿ ਸਥਿਰ 2.2 ਹੁੰਦਾ ਜੀ। ਤਾਂ ਉਹਦੇ ਵਿੱਚ ਸਿੱਖਾਂ ਦੀ ਹੀ ਜਿਹੜੀ ਇਹ ਟੋਟਲ ਫਰਟੀਲਿਟੀ ਰੇਟ ਹੈ ਨਾ, ਇਹ ਬਹੁਤ ਜ਼ਿਆਦਾ ਅਸਰਦਾ ਹੈ।
ਹੇਠ ਆਈ ਆ। ਹੁਣ ਦੂਜੀ ਗੱਲ ਆ ਜਾਏਗੀ ਸਮਾਜਿਕ, ਤੇ ਜੇ ਆਪਾਂ ਵੇਖੀਏ ਆਰਥਿਕ ਪੱਖ ਤੋਂ, ਕਿ ਆਰਥਿਕ ਪੱਖ ਤੋਂ ਵੇਖੀਏ ਗੁਰਪ੍ਰੀਤ, ਤਾਂ ਡੈਫੀਨੇਟਲੀ ਅੱਜ ਦੇ ਜ਼ਮਾਨੇ 'ਚ 3 ਬੱਚੇ ਪਾਲਣੇ ਬੜੇ ਔਖੇ। ਆਪਾਂ ਕਹਿੰਦੇ ਆ ਮਹਿੰਗਾਈ ਦਾ ਯੁੱਗ ਆ, ਫਲਾ ਫਲਾ। ਤੇ ਦੂਜੀ ਗੱਲ ਇਹ ਆ ਕਿ ਸਿੱਖਾਂ 'ਚ ਇੱਕ ਹੋਰ ਵੀ ਆ, ਖਾਸ ਤੌਰ ਤੇ ਜੱਟਾਂ 'ਚ, ਕਿ ਜ਼ਮੀਨ ਦੀ ਵੰਡ ਨੂੰ ਲੈ ਕੇ ਵੀ ਇੱਕ ਦਿੱਕਤ ਆਉਂਦੀ ਆ। ਇਹ ਵੀ ਮਸਲਾ ਹੈ। ਤਾਂ ਇਹ ਚੀਜ਼ ਹੈ ਕਿ ਆਪਾਂ ਦੂਜੇ ਪੱਖ ਨੂੰ ਵੀ ਵੇਖ ਲਈਏ, ਪਰ ਇਹਨਾਂ ਦੋਨਾਂ ਪੱਖਾਂ 'ਚੋਂ ਫਿਰ ਮੇਰੇ ਖਿਆਲ ਦੇ ਨਾਲ ਇੱਕ ਤੀਸਰਾ ਵੀ ਨਿਕਲਦਾ। ਤੀਸਰਾ ਕੀ ਨਿਕਲਦਾ ਕਿ ਇੱਕ ਜਿਹੜਾ ਹੁਣ ਆਪਾਂ ਕਿਹਾ ਕਿ ਸੈਕੂਲਰ ਨਜ਼ਰੀਆ ਜਾਂ ਲਿਬਰਲ ਨਜ਼ਰੀਆ ਜੋ ਵੀ ਅੱਜ ਕੱਲ੍ਹ ਚੱਲਦਾ ਹੈ, ਇਹ ਵੀ ਅੱਜ ਕੱਲ੍ਹ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ। ਪਰ ਜੀ ਤੁਸੀਂ ਉਸ ਪੱਖ ਤੋਂ ਵੀ ਜੇ ਸੋਚੋਗੇ ਤਾਂ ਮੈਂ ਕਹਿੰਦਾ ਕਿ ਉਹ ਤੋਂ ਵੀ ਅੱਗੇ ਜਾ ਕੇ ਦੇਖੋ, ਤਾਂ ਇੱਕ ਜੀ ਪੰਜਾਬੀ ਦੇ ਤੌਰ ਤੇ ਤੁਹਾਨੂੰ ਕੀ ਨਜ਼ਰ ਆਏਗਾ। ਪੰਜਾਬੀ ਦੇ ਤੌਰ ਤੇ ਨਜ਼ਰ ਤੁਹਾਨੂੰ ਇਹ ਆਏਗਾ, ਮੈਂ ਡਾਟਾ ਲੈ ਕੇ ਹੀ ਗੱਲ ਕਰਦਾ ਹੁੰਦਾ, 2011 ਵਾਲੀ ਜਿਹੜੀ ਸਾਡੀ ਮਰਦਮਸ਼ੁਮਾਰੀ ਸੀ ਉਹਦੇ ਵਿੱਚ 60 ਤੇ 60 ਤੋਂ ਉੱਤੇ ਜਿਹੜੀ ਇਹ ਉਮਰ ਸੀ ਉਹਦੇ 28 ਲੱਖ ਤੋਂ ਉੱਤੇ ਬਜ਼ੁਰਗ ਸਨ। ਹਿਸਾਬ ਲਾ ਲਓ, ਜਿਹੜਾ ਕਿ ਵਸੋਂ ਦਾ ਸਾਡਾ ਆਪਣਾ ਬਣਦਾ 10.6, 10.5 ਤੋਂ ਜ਼ਿਆਦਾ। ਤੇ ਜੇ ਤੁਸੀਂ ਕੌਮੀ ਪੱਧਰ ਤੇ ਲਾਓਗੇ ਤੇ ਉਹ ਮੇਰੇ ਖਿਆਲ ਦੇ ਨਾਲ ਸਾਡੇ ਤੋਂ ਲਗਭਗ 2 ਜਾਂ ਪੌਣੇ 2% ਘੱਟ ਆ। ਯਾਨੀ ਜੋ ਅਸੀਂ ਕੌਮੀ ਔਸਤ ਰੱਖਦੇ ਹਾਂ ਉਹਦੇ ਤੋਂ ਵੀ ਜ਼ਿਆਦਾ ਸਾਡੇ ਬੁਢਾਪਾ ਹੈ। ਤਾਂ ਜੀ ਉਸ ਤੋਂ ਬਾਅਦ ਤੇ 15 ਸਾਲ ਹੋਰ ਹੋ ਗਏ 11 ਤੋਂ ਬਾਅਦ, ਕਿਉਂਕਿ ਡਾਟਾ ਤੁਹਾਡੇ ਕੋਲ ਪ੍ਰਮਾਣਿਤ ਤੇ ਕੋਈ ਆਇਆ ਨਹੀਂ ਹੈ। ਤਾਂ ਇਸ ਕਰਕੇ ਇਹ ਇੱਕ ਸਮੱਸਿਆ ਹੈ ਕਿ ਪੰਜਾਬ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੈ, ਇਹਨੂੰ ਮਜ਼ਾਕ 'ਚ ਨਹੀਂ ਲਿਆ ਜਾ ਸਕਦਾ। ਕਿਉਂਕਿ ਕਿਸੇ ਵੀ ਸਟੇਟ, ਕਿਸੇ ਵੀ ਖਿੱਤੇ ਦੀ ਤਰੱਕੀ ਜਿਹੜੀ ਆ ਉਹ ਯੂਥ ਹੀ ਕਰ ਸਕਦਾ ਹੈ। ਇਨਫੈਕਟ ਇੰਡੀਆ ਬਾਰੇ ਵੀ ਚੇਤਾਵਨੀ ਹੈ ਕਿ 10-20 ਸਾਲਾਂ ਬਾਅਦ ਇੰਡੀਆ ਬੁੱਢਾ ਹੋਣਾ ਸਟਾਰਟ ਹੋ ਜਾਏਗਾ। ਇਹਦੀ ਜੰਮਣ ਦਰ ਜਿਹੜੀ ਹੈ, ਜੰਮਣ ਦਰ ਵੈਸੇ ਇੱਕ ਅਲੱਗ ਹੁੰਦੀ ਆ, ਉਹਨੂੰ ਮੇਰੇ ਖਿਆਲ ਦੇ ਨਾਲ ਕੁਝ ਹੋਰ ਬੋਲਦੇ ਆ, ਕਰੂਡ ਬਰਥ ਰੇਸ਼ੋ ਹੁੰਦੀ ਆ ਸ਼ਾਇਦ, ਉਹ ਜੀ ਹੁੰਦੀ ਆ ਜਿਵੇਂ 1000 ਵਸੋਂ ਪਿੱਛੇ। ਆਪਣੇ ਤਾਂ ਪੰਜਾਬ 'ਚ 1000 ਵਸੋਂ ਪਿੱਛੇ ਜਿਹੜੀ ਹੈਗੀ ਆ ਉਹ ਜੰਮਣ ਦਰ 13 ਕਿ 14 ਦੀ ਆ, ਬਹੁਤ ਘੱਟ ਹੈ। ਬਿਲਕੁਲ ਤਾਂ ਇੰਡੀਆ ਦੀ ਜੰਮਣ ਦਰ ਵੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਏਗੀ। ਸੋ ਇਸ ਵਾਸਤੇ ਇੰਡੀਆ ਸਾਰੇ ਨੂੰ ਹੀ ਖਤਰਾ ਹੈ ਕਿ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਨੇ ਤਰੱਕੀ ਨਾ ਕੀਤੀ, ਇਹ ਕਹਿੰਦੇ ਆ 2047 ਤੱਕ ਡਿਵੈਲਪਡ ਕੰਟਰੀ ਅਸੀਂ ਹੋਵਾਂਗੇ, ਤਾਂ ਡਿਵੈਲਪਡ ਕੰਟਰੀ ਤੁਸੀਂ ਤਦ ਹੀ ਹੋ ਸਕਦੇ ਹੋ ਜੇ ਯੂਥ ਨੂੰ ਇੰਪਾਵਰ ਕਰਕੇ, ਯੂਥ ਨੂੰ ਤੁਸੀਂ ਚੈਨਲਾਈਜ਼ ਕਰਕੇ ਉਹਦੀ એનર્ਜੀ ਜਿਹੜੀ ਆ ਉਹਨੂੰ ਇੱਕ ਬਹੁਤ ਵੱਡੀ ਆਰਥਿਕ ਮਹਾਸ਼ਕਤੀ 'ਚ ਬਦਲ ਦੇਵੋ। ਜੀ ਤੇ ਇਸ ਸਮੇਂ ਦੀ ਇੱਕ ਵੱਡੀ ਅਪਡੇਟ ਹੋਰ ਆ ਰਹੀ ਹੈ। ਸਤਿੰਦਰ ਜੈਨ ਆਮ ਆਦਮੀ ਪਾਰਟੀ ਦੇ ਖਾਸ ਮੰਤਰੀ ਵੀ ਰਹੇ ਨੇ ਉਹ, ਤੇ ਕੱਟੜ ਸ਼ਬਦ ਤਾਂ ਮੱਲੋ ਮੱਲੀ ਇਹਨਾਂ ਨਾਲ ਜੋੜੀ ਜਾਂਦਾ ਹੈ। ਉਹ ਇੱਕ ਵਾਰ ਦੁਬਾਰਾ ਗ੍ਰਿਫਤਾਰ ਹੋਏ ਨੇ ਜੀ। ਬਿਲਕੁਲ ਗੁਰਪ੍ਰੀਤ, ਇਹ ਅਲਰਟ ਆਇਆ ਹੈ ਕਿ ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਤਿੰਦਰ ਜੈਨ ਤੇ ਮਸਾਂ ਅੱਗੇ ਨਿਕਲੇ ਸੀ, ਤੁਹਾਨੂੰ ਯਾਦ ਹੋਣਾ ਹੈ। ਬਿਲਕੁਲ, ਅੰਦਰ ਮਾਲਸ਼ਾਂ ਕਰਾਉਂਦਿਆਂ ਦੀਆਂ ਫੋਟੋਆਂ ਵੀਡੀਓ ਬੜੀਆਂ ਖਾਸੀਆਂ ਆਉਂਦੀਆਂ ਸੀ। ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਤੇ ਇਹ ਤੇ ਉੱਥੇ ਜੇਲ੍ਹ ਦੇ ਵਿੱਚ ਹੀ ਮਾਲਸ਼ਾਂ ਪੈ ਕਰਵਾਉਂਦੇ ਸਨ। ਬਿਲਕੁਲ ਜੀ, ਖਬਰ ਬ੍ਰੇਕ ਹੋ ਰਹੀ ਆ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਘੁਟਾਲੇ 'ਚ ਇਹਨਾਂ ਨੂੰ ਐਂਟੀ ਕਰਪਸ਼ਨ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ACB ਯਾਨੀ ਇਹਨਾਂ ਨੇ ਬਤੌਰ ਜਲ ਬੋਰਡ ਦੇ CEO ਉਦਿਤ ਪ੍ਰਕਾਸ਼ ਰਾਏ ਦੀ ਵੀ ਗ੍ਰਿਫਤਾਰੀ ਹੋਈ ਹੈ। ਇਹਨਾਂ ਤੋਂ ਇਲਾਵਾ ਕਿਉਂਕਿ ਇਹ ਮੰਤਰੀ ਸਨ ਤੇ ਉਸ ਵੇਲੇ ਜਲ ਬੋਰਡ ਦੇ ਜਿਹੜੇ ਸਾਬਕਾ CEO ਆ ਉਹਨਾਂ ਦੀ ਵੀ ਗ੍ਰਿਫਤਾਰੀ ਹੋਈ ਆ। ਤਾਂ ਇਹ ਵਾਟਰ ਟ੍ਰੀਟਮੈਂਟ ਪਲਾਂਟ ਦੇ ਟੈਂਡਰਾਂ ਦੀਆਂ ਸ਼ਰਤਾਂ ਨੂੰ ਲੈ ਕੇ ਕਹਿ ਲਓ ਕਿ ਕੋਈ ਫੇਰ ਸੀ ਕਥਿਤ ਤੌਰ ਤੇ ਕਿ ਖਾਸ ਕੰਪਨੀ ਨੂੰ ਫਾਇਦਾ ਮਿਲੇ, ਉਸ ਮਾਮਲੇ 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਉਂਕਿ ਉਦਿਤ ਪ੍ਰਕਾਸ਼ ਰਾਏ ਨੂੰ ਦੱਸਦੇ ਆ ਕਿ 1 ਕਰੋੜ 52 ਲੱਖ ਦੀ ਰਿਸ਼ਵਤ ਦਿੱਤੀ ਗਈ ਸੀ। ਵੱਡੀ ਖਬਰ ਹੈ ਗੁਰਪ੍ਰੀਤ ਜੀ। ਤੇ ਉਧਰ ਭਾਜਪਾ ਨੇ ਵੀ ਸ਼ਿੰਗਾਰ ਕੇ ਨਵਾਂ ਭਾਜਪਾ ਇੰਚਾਰਜ ਪੰਜਾਬ ਦੇ ਲਈ ਭੇਜਿਆ ਖਾਸ। ਦੇਖੋ, ਇਹ ਜਿਹੜੇ ਆਏ ਨੇ ਪੂਨੀਆ ਸਾਹਿਬ, ਇਹ ਆਪਦਾ ਤਾਂ ਇਲੈਕਸ਼ਨ ਹੀ ਹਾਰ ਗਏ ਸਨ ਉੱਥੇ। ਜੇ ਤੁਸੀਂ ਵੇਖੋਗੇ ਤਾਂ ਜਿਹੜਾ ਇਹਨਾਂ ਦਾ ਆਖਰੀ ਇਲੈਕਸ਼ਨ ਸੀਗਾ ਵਿਧਾਨ ਸਭਾ ਦਾ, ਇਹ ਹਾਰ ਗਏ ਸਨ ਅਵੇਰ ਤੋਂ।
ਤੇ ਉਸ ਤੋਂ ਬਾਅਦ ਵਾਇਆ ਰਾਜ ਸਭਾ ਇਹ ਗਏ, ਪਰ ਇਹਨਾਂ ਦੀ ਇੰਚਾਰਜ ਹੀ ਇਹਨਾਂ ਵਾਸਤੇ ਲੱਕ ਹੈ। ਰਾਜਸਥਾਨ ਦੇ ਵਿੱਚ ਵੀ ਰਹੇ ਇੰਚਾਰਜ ਤਾਂ ਜਿੱਤ, ਹਰਿਆਣੇ ਜੀ 'ਚ ਗਏ ਤਾਂ ਜਿੱਤ, ਤਾਂ ਸਪੈਸ਼ਲ ਕਹਿ ਲਓ ਲੱਕੀ ਚਾਮ ਭੇਜਿਆ ਭਾਜਪਾ ਨੇ ਆਪਣਾ। ਤਾਂ ਦੇਖਣਾ ਹੋਏਗਾ ਕਿ ਲੱਕੀ ਚਾਮ ਜਿਹੜਾ ਉਹ ਇੱਥੇ ਕੰਮ ਕਰਦਾ ਕਿ ਨਹੀਂ ਕਰਦਾ। ਪਰ ਇੱਥੇ ਸਥਿਤੀ ਜਿਹੜੀ ਆ ਹਾਲੇ ਆਪਾਂ ਜੇ ਮਾਲਵਾ ਦੇਖੀਏ, ਪਿੰਡੂ ਇਲਾਕਾ ਦੇਖੀਏ, ਉੱਥੇ ਤਾਂ ਇਹਨਾਂ ਲਈ ਚੁਣੌਤੀਪੂਰਵਕ ਹੀ ਆ। ਇਹ ਨਹੀਂ ਕਹਿ ਸਕਦੇ ਕਿ ਭਾਜਪਾ ਜਿਹੜੀ ਆ ਉਹ ਬਿਲਕੁਲ ਰੈੱਡ ਕਾਰਪੇਟ ਤੇ ਜਾਏਗੀ ਤੇ ਜਿੱਤ ਵਾਲੀ ਟਰੋਫੀ ਜਿਹੜੀ ਚੁੱਕ ਕੇ ਸਿਰ ਤੇ ਨੱਚਦੀ ਤੁਰੀ ਆਏਗੀ। ਐਸਾ ਕੁਝ ਨਹੀਂ ਹੈਗਾ, ਇਹ ਭੁਲੇਖੇ ਨੇ। ਠੀਕ ਜੀ ਆ, ਉਹ ਵੱਡਾ ਕਰ ਸਕਦੀ ਹੈ, ਧਮਾਲ ਕਰ ਸਕਦੀ ਆ, ਬਹੁਤ ਕੁਝ ਕਰ ਸਕਦੀ ਹੈ, ਪਰ ਜੇ ਅੱਜ ਦੀ ਗੱਲ ਕਰੀਏ ਤਾਂ ਤੁਹਾਨੂੰ ਬੂਥ ਲੈਵਲ ਤੇ ਤਾਕਤ ਚਾਹੀਦੀ ਆ। ਬਾਕੀ ਦੇਸ਼ ਦੇ ਵਿੱਚ, ਬਾਕੀਆਂ ਸਟੇਟਾਂ ਦੇ ਵਿੱਚ ਪੰਨਾ ਪ੍ਰਮੁੱਖ ਤੱਕ ਇਹਨਾਂ ਦੇ ਬੰਦੇ ਹੁੰਦੇ ਆ, ਤਾਂ ਇੱਥੇ ਤਾਂ ਹਾਲੇ ਜਿਹੜਾ ਉਸ ਪੱਧਰ ਦਾ ਕੈਡਰ ਇਹਨਾਂ ਨੇ ਇਕੱਠਾ ਨਹੀਂ ਕੀਤਾ। ਸੋ ਪੂਨੀਆ ਸਾਹਿਬ ਵਾਸਤੇ ਬਹੁਤ ਕਹਿ ਲਓ ਕਿ ਚੈਲੰਜਿੰਗ ਸਥਿਤੀ ਹੋਏਗੀ ਜੇ ਗੱਠਜੋੜ ਨਹੀਂ ਹੁੰਦਾ, ਕਿਉਂਕਿ 117 ਦੇ ਤੇ 117 ਉਮੀਦਵਾਰ ਹੀ ਲੱਭਣੇ ਔਖੇ ਹੋ ਜਾਣੇ ਆ। ਇਹ ਬੜਾ ਔਖਾ ਕਾਰਜ ਬਿਲਕੁਲ ਹੁੰਦਾ ਹੈ, ਕਿਉਂਕਿ ਜਦੋਂ ਭਾਰਾ ਤੁਸੀਂ ਕੰਮ ਜਿੱਤ ਰਹੇ ਹੁੰਦੇ ਹੋ, ਜਦੋਂ ਹਨੇਰੀ ਚੱਲਦੀ ਆ, ਹਨੇਰੀਆਂ ਲਿਆ ਦੂੰ ਬਿੱਲੋ ਹਨੇਰੀਆਂ, ਫਿਰ ਤੇ ਉਦੋਂ ਸਾਰੇ ਹੀ ਕਹਿੰਦੇ ਮੈਂ ਲੜ ਲਾਂ, ਮੈਂ ਲੜ ਲਾਂ। ਉਦੋਂ ਤੇ ਲੜਨ ਪਿੱਛੇ ਲੜੀ ਜਾਂਦੇ ਕਿ ਮੈਂ ਇਲੈਕਸ਼ਨ ਲੜਨਾ, ਮੈਂ ਲੜਨਾ। ਪਰ ਜਦੋਂ ਪੈਂਦੀ ਆ ਨਾ, ਤੁਹਾਨੂੰ ਯਾਦ ਆ ਜਦੋਂ ਨਰਿੰਦਰ ਮੋਦੀ ਦੀ ਹਨੇਰੀ ਝੁੱਲੀ ਸੀ ਤੇ ਇੱਕ ਇਹਨਾਂ ਦਾ ਕਹਿੰਦਾ ਘੁੰਮਦਾ ਸਾਬਕਾ ਮੰਤਰੀ ਜਿਹੜਾ ਕਿ ਅੱਜ ਮੌਜੂਦਾ MP ਆ, ਉਹਦੇ ਬਾਰੇ ਕਿਹਾ ਗਿਆ ਕਿ ਉਹ ਜਾਣ ਕੇ ਹਸਪਤਾਲ 'ਚ ਲਿਟ ਗਿਆ ਸੀ, ਪੰਜਾਬ ਤੋਂ ਜੀ ਹੀ ਆ। ਜੀ ਤਾਂ ਉਦੋਂ ਬਾਅਦ ਉਹਨਾਂ ਨੇ G26 ਕੇ ਪਤਾ ਨਹੀਂ ਕੀ ਬਣਾ ਲਿਆ ਸੀ, ਤੁਹਾਨੂੰ ਯਾਦ ਹੋਣਾ ਗਰੁੱਪ। ਤਾਂ ਉਦੋਂ ਭੱਜਦੇ ਸੀ ਕਾਂਗਰਸੀ ਛੱਡ ਕੇ ਕਿ ਯਾਰ ਨਿਕਲੋ ਬਹਿ ਕੇ। ਪਰ ਹੁਣ ਉਲਟਾ ਕਹਾਣੀ, ਹੁਣ ਜਦੋਂ ਭਾਜਪਾ ਦਾ ਡਾਊਨਫਾਲ ਆ ਗਿਆ, ਹੁਣ ਹਰੇਕ ਕਾਂਗਰਸੀ ਕਹੇਗਾ ਕਿ ਲਿਓ ਮੈਨੂੰ ਮੌਕਾ ਦਿਓ। ਜੀ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਢਿੱਲੋਂ ਬ੍ਰਦਰਜ਼ ਕੇਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਰਾਹਤ ਮਿਲੀ ਹੈ। ਕੋਈ ਬੜਾ ਮਾਮਲਾ ਚਰਚਿਤ ਹੋਇਆ ਸੀ, ਤੁਹਾਨੂੰ ਯਾਦ ਹੋਣਾ ਢਿੱਲੋਂ ਬ੍ਰਦਰਸ ਜਿਨ੍ਹਾਂ ਨੇ ਦਰਿਆ 'ਚ ਛਾਲ ਮਾਰਤੀ ਸੀ। ਬਿਲਕੁਲ ਉਸ ਤੋਂ ਬਾਅਦ ਪੁਲਿਸ ਬਹੁਤ ਵੱਡੇ ਪੱਧਰ ਤੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋਈ। ਈਵਨ ਦੈਟ ਕਿ ਇੱਕ ਬੜਾ ਇਹਨਾਂ ਦਾ ਚਰਚਿਤ ਇੰਸਪੈਕਟਰ ਹੁੰਦਾ ਸੀ ਨਵਦੀਪ, ਜੀ ਬਹੁਤ ਚਰਚਿਤ ਸੀ, ਬਹੁਤ ਤੇਜ਼ ਤਰਾਰ ਸੀਗਾ। ਕੋਵਿਡ ਦੇ ਵਿੱਚ ਉਸਨੇ ਇੱਕ ਰੇਹੜੀ ਵਾਲੇ ਨੂੰ ਲੱਤ ਮਾਰ ਦਿੱਤੀ ਸੀਗੀ, ਫਗਵਾੜੇ ਦੇ ਵਿੱਚ ਮਾਰੀ ਸੀ ਜੀ। ਹਾਂਜੀ, ਬਹੁਤ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਪਰ ਉਹ ਬੰਦੇ ਕੋਲ ਬਹੁਤ ਅੱਛੇ ਅਵਾਰਡ ਵਗੈਰਾ ਵੀ ਸੀਗੇ, ਤੁਹਾਨੂੰ ਜੀ ਯਾਦ ਹੋਣਾ। ਤਾਂ ਉਸ ਨੂੰ ਆਪਦੀ ਨੌਕਰੀ ਤੋਂ ਹੱਥ ਧੋਣੇ ਪਏ ਸੀ ਇਸ ਮਾਮਲੇ 'ਚ, ਜਦ ਕਿ ਉਸਨੇ ਇੱਕ ਵਾਰੀ ਗੁਰਪ੍ਰੀਤ ਮੇਰੇ ਨਾਲ ਗੱਲ ਕੀਤੀ ਜਦੋਂ ਉਸਨੂੰ ਟਰਮੀਨੇਟ ਕਰ ਦਿੱਤਾ ਗਿਆ ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ। ਤਾਂ ਜੀ ਉਸਨੇ ਕਿਹਾ ਸੀਗਾ ਕਿ ਮੈਨੂੰ ਨਹੀਂ ਹੁਣ ਪਤਾ ਵੀ ਸੱਚ ਕੀ ਹੈ ਝੂਠ ਕੀ ਹੈ। ਤਾਂ ਉਸਨੇ ਜੋ ਕਹਾਣੀ ਦੱਸੀ ਸੀ 45 ਮਿੰਟ, ਕਿਉਂਕਿ ਇਹ ਕਾਫੀ ਮਹੀਨੇ ਪਹਿਲਾਂ ਦੀ ਗੱਲ ਆ, ਤਾਂ ਉਸਨੇ ਕਿਹਾ ਸੀ ਮੈਂ ਤਾਂ ਪੁਲਿਸ ਦੇ ਵਿੱਚ ਕਦੇ ਵਾਪਸ ਹੀ ਨਹੀਂ ਆਵਾਂਗਾ ਜੋ ਮੇਰੇ ਨਾਲ ਹੋਇਆ। ਉਸਨੇ ਤੇ ਵਕਾਲਤ ਦੀ ਸ਼ਾਇਦ ਪੜ੍ਹਾਈ ਸ਼ੁਰੂ ਕਰਤੀ ਸੀ ਬਕਾਇਦਾ। ਜੀ ਉਸਨੇ ਕਿਹਾ ਕਿ ਮੈਂ ਆਪਦੀ ਕਾਬਲੀਅਤ ਦੇ ਦਮ ਤੇ ਵਾਪਸ ਕੋਈ ਆਪਦੇ ਪ੍ਰੋਫੈਸ਼ਨ ਦੇ ਵਿੱਚ ਆ ਜਾਊਂਗਾ, ਪਰ ਇੱਧਰ ਨਹੀਂ ਆਉਂਦਾ। ਉਹਦਾ ਕਹਿਣਾ ਸੀ ਇੰਨਾ ਦੁਖੀ ਸੀ। ਉਹ ਕਹਿ ਰਿਹਾ ਸੀਗਾ ਕਿ ਸਾਨੂੰ ਬਿਲਕੁਲ ਅਫਸਰਾਂ ਨੇ ਕਹਿ ਲਓ ਆਪਦੀ ਖੱਲ ਬਚਾਉਣ ਵਾਸਤੇ ਸਾਨੂੰ ਅੱਗੇ ਝੋਕ ਦਿੱਤਾ। ਇਹ ਦੇਖੋ ਨਵਦੀਪ ਨੇ ਆਪ ਮੈਨੂੰ ਇਹ ਗੱਲ ਦੱਸੀ ਸੀ ਉਸ ਟਾਈਮ ਜਦੋਂ ਟਰਮੀਨੇਟ ਹੋ ਗਿਆ, ਜਦੋਂ ਮਤਲਬ ਕਿ ਇਹਨੂੰ ਕੱਢ ਦਿੱਤਾ ਗਿਆ। ਉਸ ਤੋਂ ਕਈ ਮਹੀਨਿਆਂ ਬਾਅਦ ਇਸ ਨੇ ਸਰਸਰੀ ਇੱਕ ਵਾਰੀ ਗੱਲ ਕਰਦਿਆਂ ਇਹ ਸਾਰੀ ਕਹਾਣੀ ਬਿਆਨ ਕੀਤੀ ਸੀ ਕਿ ਮੈਂ ਨਹੀਂ ਕਹਿੰਦਾ ਕਿ ਮੇਰਾ ਪੱਖ ਰੱਖੋ, ਪਰ ਜਦੋਂ ਕਿਤੇ ਮੌਕਾ ਆਇਆ ਤੁਸੀਂ ਜ਼ਰੂਰ ਪੱਖ ਰੱਖਿਓ। ਤਾਂ ਮੈਂ ਆਪਦੀ, ਹੁਣ ਮੈਨੂੰ ਕੋਈ ਕਾਲ ਨਹੀਂ ਆਈ ਉਸ ਤੋਂ ਬਾਅਦ, ਕਿੰਨੇ ਮਹੀਨੇ ਬੀਤ ਗਏ ਨੇ, ਪਰ ਮੈਂ ਆਪਦੀ ਇਮਾਨਦਾਰੀ ਨਾਲੋਂ ਗੱਲ ਕਰ ਰਿਹਾ ਕਿ ਜਦੋਂ ਟਾਈਮ ਆਇਆ ਉਹਨੇ ਕਿਹਾ ਸੀਗਾ ਕਿ ਮੇਰੀ ਗੱਲ ਜ਼ਰੂਰ ਰੱਖਿਓ ਕਿ ਮੇਰੇ ਨਾਲ ਮੇਰੇ ਅਫਸਰਾਂ ਨੇ ਹੀ ਬਹੁਤ ਜ਼ਿਆਦਾ ਜ਼ਿਆਦਤੀ ਕੀਤੀ ਹੈ। ਤਾਂ ਐਸੇ ਕੇਸ ਹੈਗੇ ਨੇ ਗੁਰਪ੍ਰੀਤ। ਖੈਰ ਇਹ ਜਿਹੜੇ ਦੋ ਬ੍ਰਦਰਸ ਗਏ ਨੇ ਇਹਨਾਂ ਦੀ ਤੇ ਚਲੋ ਕੋਈ ਕਮੀ ਪੂਰੀ ਨਹੀਂ ਕਰ ਸਕਦਾ। ਤਾਂ ਉਸ ਵੇਲੇ ਇਹ FIR ਦਰਜ ਹੋਈ। ਇੰਸਪੈਕਟਰ ਜਿਹੜਾ ਨਵਦੀਪ ਹੈ ਉਹਦੇ ਨਾਲ ASI ਬਲਵਿੰਦਰ ਕੁਮਾਰ, ਇੱਕ ਮਹਿਲਾ ਕਾਂਸਟੇਬਲ ਸੀ ਜਗਜੀਤ ਕੌਰ, ਇਹ ਜਿਹੜੇ ਤਿੰਨੇ ਸੀਗੇ ਇਹਨਾਂ ਨੂੰ FIR ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਸ ਤੋਂ ਬਾਅਦ ਮਾਮਲਾ ਜਿਹੜਾ ਹੈ ਉਹ ਇੱਥੋਂ ਤੱਕ ਗਿਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਸੀਗਾ। ਤਾਂ ਗੱਲ ਇਹ ਆ ਕਿ ਕੋਰਟ ਨੇ ਕੁਝ ਚੀਜ਼ਾਂ ਨੂੰ ਦੇਖਿਆ
ਕਿ ਜਿਵੇਂ ਜੀ, ਜਸ਼ਨਵੀਰ ਦਾ ਜਿਹੜਾ ਕਹ ਲਓ ਸਰੀਰ ਮਿਲਿਆ, ਉਹਦੀ ਪਛਾਣ ਕੱਪੜਿਆਂ ਤੋਂ, ਬੂਟਾਂ ਤੋਂ, ਬੈਲਟ ਜਾਂ ਹੋਰ ਸਮਾਨ ਦੇ ਆਧਾਰ ਤੇ ਕੀਤੀ ਗਈ। ਬਾਅਦ ਦੇ ਵਿੱਚ ਡੀਐਨਏ ਜਾਂਚ ਕਰਵਾਈ ਗਈ, ਪਰ ਜੀ, ਡੀਐਨਏ ਸੈਂਪਲ ਨੂੰ ਲੈ ਕੇ ਕਈ ਸਵਾਲ ਵੀ ਉੱਠੇ। ਉਦੋਂ ਗੱਲ ਚੱਲੀ, ਅਦਾਲਤ ਦੇ ਰਿਕਾਰਡ ਦੇ ਮੁਤਾਬਕ ਡੀਐਨਏ ਸੈਂਪਲ ਖਰਾਬ ਹੋਣ ਦੇ ਕਾਰਨ ਜਾਂਚ ਦਾ ਪ੍ਰਣਾਮ ਯਾਨੀ ਨਤੀਜਾ ਨਿਰਣਾਇਕ ਨਹੀਂ ਰਿਹਾ। ਐਫਐਸਐਲ ਰਿਪੋਰਟ ਦੇ ਵਿੱਚ ਮੌਤ ਦਾ ਕਾਰਨ ਡੁੱਬਣ ਨਾਲ ਦਮ ਘੁੱਟਣ ਦੱਸਿਆ ਜਾ ਰਿਹਾ। ਕੋਰਟ ਨੇ ਰਿਕਾਰਡ ਦੇ ਆਧਾਰ ਤੇ ਫਿਰ ਰਾਹਤ ਦਿੱਤੀ। ਉਹਨਾਂ ਨੇ ਕਿਹਾ ਹੈ ਕਿ ਭਾਈ ਜੋ ਪ੍ਰਾਪਤ ਸਾਡੇ ਕੋਲ ਸਮੱਗਰੀ ਹੈ ਰਿਕਾਰਡ ਤੇ, ਜੋ ਤੱਥ ਹੈ, ਅਸੀਂ ਉਹਨਾਂ ਦਾ ਅਧਿਐਨ ਕਰਕੇ ਇਹ ਕਹਿ ਰਹੇ ਹਾਂ ਕਿ ਐਸਾ ਕੁਝ ਵੀ ਨਹੀਂ ਬਣਦਾ ਕਿ ਇਹਨਾਂ ਲੋਕਾਂ ਨੇ ਆਤਮ ਹੱਤਿਆ ਦੇ ਲਈ ਇਹਨਾਂ ਨੂੰ ਉਕਸਾਇਆ ਹੋਵੇ। ਇਹ ਅਪਰਾਧ ਯਾਨੀ ਇਹ ਜੁਰਮ ਜਿਹੜਾ ਸਾਬਤ ਹੀ ਨਹੀਂ ਹੁੰਦਾ। ਇਸ ਆਧਾਰ ਤੇ ਇੰਸਪੈਕਟਰ ਨਵਦੀਪ, ਏਐਸਆਈ ਬਲਵਿੰਦਰ ਕੁਮਾਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੂੰ ਡਿਸਚਾਰਜ ਕਰ ਦਿੱਤਾ ਗਿਆ ਇਸ ਕੇਸ ਤੋਂ। ਬਹੁਤ ਵੱਡੀ ਰਾਹਤ ਇਹਨਾਂ ਨੂੰ ਤਾਂ ਮਿਲ ਗਈ ਆ, ਪਰ ਸਵਾਲ ਇਹੀ ਹੈ ਕਿ ਆਖਰ ਜੋ ਵੀ ਇਹ ਹੋਇਆ ਇੰਨੇ ਵੱਡੇ ਪੱਧਰ ਤੇ ਪੁਲਿਸ ਨੇ, ਜੇ ਪੁਲਿਸ ਦੇ ਖਿਲਾਫ ਇਹ ਸਾਰਾ ਮੁਕੱਦਮਾ ਬਣਾਇਆ ਸੀਗਾ, ਤਾਂ ਫਿਰ ਨਿਆਂ ਕਿੱਥੇ ਆ ਕਿ ਜਿਹੜੀ ਇਹ ਮੌਤ ਹੋਈ ਆ ਉਹਦੇ ਕਾਰਨ ਕੀ ਹੈ ਸਪਸ਼ਟ ਤੌਰ ਤੇ, ਜਾਂ ਕਹਿ ਲਓ ਕਿ ਵਜ੍ਹਾ ਕੀ ਰਹੀ ਆ। ਉਹ ਤੇ ਕਈ ਸਵਾਲ ਆ ਜਿਹੜੇ ਮੇਰੇ ਖਿਆਲ ਦੇ ਨਾਲ ਕਹਿ ਲਈਏ ਬੋਝੀ ਰਹਿ ਗਏ। ਬਿਲਕੁਲ। ਤੇ ਉਧਰ ਡੀਏ ਨਾ ਦੇਣ ਤੇ ਵੀ ਜੇ ਦੈ ਸਰਕਾਰ ਕਹਿੰਦੇ ਕਰ ਲਓ ਜੋ ਕਰਨਾ। ਹਾਂਜੀ ਹਾਂਜੀ, ਡੀਏ ਜਿਹੜਾ ਹੈ ਉਹ ਇਹਨਾਂ ਨੇ ਪੱਤਰ ਲਿਖ ਦਿੱਤਾ ਹੈ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਉਹ ਸਾਡੀ ਇਜਾਜ਼ਤ ਤੋਂ ਬਗੈਰ ਇੰਪਲੀਮੈਂਟ ਨਾ ਕੀਤਾ ਜਾਵੇ, ਯਾਨੀ ਪੈਸੇ ਨਾ ਦਿੱਤੇ ਜਾਣ। ਤੇ ਇਸੇ ਦੇ ਚੱਲਦਿਆਂ ਵੱਡੀ ਖਬਰ ਆ ਰਹੀ ਆ ਕਿ ਹੁਣ ਅਦਾਲਤੀ ਹੱਦ ਤੱਕ ਦਾ ਮਾਮਲਾ ਲੈ ਕੇ ਸ਼ਾਇਦ ਇੱਕ ਪਟੀਸ਼ਨ ਹਾਈ ਕੋਰਟ ਪੈ ਗਈ ਹੈ ਜੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ